ਨੇ ਮੁੱਖ ਤੌਰ ਤੇ 83 ਕੈਟਾਗਰੀਆਂ ਨੇ, ਜਿਹਦੇ ਵਿੱਚ ਜਲ ਸਪਲਾਈ ਵਿਭਾਗ ਹੋ ਗਿਆ ਜੀ, ਮੱਛੀ ਪਾਲਣ ਬਾਗਬਾਨੀ ਵਿਭਾਗ ਹੋ ਗਿਆ, ਸਿੱਖਿਆ ਵਿਭਾਗ ਹੋ ਗਿਆ ਜੀ, ਮੰਡੀ ਬੋਰਡ ਹੋ ਗਏ। ਪੰਜਾਬ ਸਰਕਾਰ ਦਾ ਕੋਈ ਅਜਿਹਾ ਅਦਾਰਾ ਨਹੀਂ ਹੈਗਾ, ਕੋਈ ਅਜਿਹਾ ਵਿਭਾਗ ਨਹੀਂ ਹੈਗਾ ਜਿਹਦੇ ਮੁਲਾਜ਼ਮ ਅਫੈਕਟਡ ਨਾ ਹੋਏ ਹੋਣ। ਸਰਕਾਰ ਉਲਟਾ ਕਾਣੀ ਵੰਡ ਕਰਨ ਤੇ ਆਈ ਹੋਈ ਹੈ, ਜਿਨ੍ਹਾਂ ਨੂੰ ਜੋ ਹੱਕ ਮਿਲਣਾ ਚਾਹੀਦਾ ਸਗੋਂ ਉਸ ਤੋਂ ਵੀ ਖੋਣ ਤੇ ਲੱਗੀ ਹੋਈ ਹੈ। ਮੈਂ ਤਾਂ ਸਰਕਾਰ ਨੂੰ ਇਹ ਚੇਤਾਵਨੀ ਦੇਵਾਂਗਾ ਜਾਂ ਤਾਂ ਮਨਪ੍ਰੀਤ ਬਾਦਲ ਨੂੰ ਘਰੋਂ ਬੈਠੇ ਨੂੰ ਉਠਾ ਲੈਣ, ਨਹੀਂ ਮਨਪ੍ਰੀਤ ਬਾਦਲ ਨੇ ਸਾਰੀ ਸਰਕਾਰ ਨੂੰ ਘਰੇ ਬਿਠਾ ਦੇਣਾ। ਉਹ ਤਾਂ ਕਹਿੰਦਾ ਮੇਰੇ ਵਰਗਾ ਸਿਆਣਾ ਵਿੱਤ ਮੰਤਰੀ ਕੋਈ ਨਹੀਂ। ਜੇ ਉਹ ਸਿਆਣਾ ਹੁੰਦਾ ਸਰ, ਉਹ ਫਿਰ ਸਿਆਣਾ ਇਹਨਾਂ ਸਾਰਿਆਂ ਤੋਂ ਹੋਗਾ, ਕੈਪਟਨ ਸਰਕਾਰ ਤੋਂ ਵੀ ਸਿਆਣਾ ਹੋਗਾ, ਮੰਤਰੀਆਂ ਤੋਂ ਵੀ ਸਿਆਣਾ ਹੋਗਾ। ਉਹ ਤਾਂ ਕਿਸੇ ਦੀ ਗੱਲ ਹੀ ਨਹੀਂ ਸੁਣ ਰਿਹਾ ਸਰ। ਮਾਊਂਟ ਐਵਰੈਸਟ ਤੇ ਸ਼ਾਇਦ ਕੋਈ ਚੜ੍ਹਾਈ ਕਰਨੀ ਹੋਵੇ ਤੇ ਉਹ ਸੌਖੀ ਆ, ਤੇ ਵਿੱਤ ਮੰਤਰੀ ਨੂੰ ਮਿਲਣਾ ਹੋਵੇ ਤੇ ਉਹ ਅੱਜ ਕੱਲ੍ਹ ਔਖਾ ਹੋ ਗਿਆ। ਆਮ ਧਾਰਨਾ ਵੀ ਜਿਹੜੇ ਤਨਖਾਹ ਕਮਿਸ਼ਨ ਹੁੰਦੇ ਨੇ ਉਹ ਮੁਲਾਜ਼ਮਾਂ ਲਈ ਵੱਡੇ ਤੋਹਫੇ ਦਿੰਦੇ ਨੇ, ਪਰ ਪੰਜਾਬ ਸਰਕਾਰ ਨੇ ਜਦੋਂ ਦੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੈ, ਤਕਰੀਬਨ ਹਰੇਕ ਮੁਲਾਜ਼ਮ ਤੇ ਹਰੇਕ ਪੈਨਸ਼ਨਰ ਜਿਹੜਾ ਉਹਦੀ ਨੀਂਦ ਹਰਾਮ ਹੋਈ ਪਈ ਹੈ। ਜਿਵੇਂ ਪਹਿਲੋਂ ਬਹੁਤ ਵਾਰੀ ਦਿਖਾਇਆ ਗਿਆ ਵੀ ਠੇਕਾ ਮੁਲਾਜ਼ਮਾਂ ਨੂੰ ਤਨਖਾਹ ਕਮਿਸ਼ਨ ਤੋਂ ਬਾਹਰ ਕਰ ਦਿੱਤਾ, ਜਿਹੜੇ 17 ਜੁਲਾਈ 2020 ਤੋਂ ਭਰਤੀ ਹੋਣਗੇ ਉਹਨਾਂ ਤੇ ਮੋਦੀ ਦਾ ਤਨਖਾਹ ਸਕੇਲ ਲਾਗੂ ਕਰ ਦਿੱਤਾ। ਔਰ ਉਸ ਤੋਂ ਵੱਡੀ ਗੱਲ, ਜਿਹੜੇ 2011 ਵਿੱਚ ਜਿਨ੍ਹਾਂ ਦੀਆਂ ਤਨਖਾਹਾਂ ਰੀਰਿਵਾਈਜ਼ ਕੀਤੀਆਂ ਸੀ ਉਹਨਾਂ ਨੂੰ ਸਰਕਾਰ ਨੇ ਗੈਰ ਵਾਜਬ ਡਿਕਲੇਅਰ ਕਰਕੇ 2.59 ਦੀ ਥਾਂ 2.25 ਅੰਕ ਨਾਲ ਪੇ ਸੋਧਣ ਦੀ ਗੱਲ ਕੀਤੀ ਹੈ। ਔਰ ਇੱਕ ਉਹ ਵਰਗ ਜਿਹੜਾ ਕੈਪਟਨ ਸਰਕਾਰ ਤੋਂ ਪਹਿਲੋਂ ਇਹ ਮੰਗ ਕਰਦਾ ਆ ਰਿਹਾ ਵੀ ਉਹਨਾਂ ਦੀਆਂ ਤਨਖਾਹਾਂ ਵਿੱਚ ਵੱਡੇ ਪੱਧਰ ਤੇ ਤਰੁੱਟੀਆਂ ਪੈਦਾ ਹੋ ਗਈਆਂ ਨੇ, ਅਨੋਮਲੀਜ਼ ਪੈਦਾ ਹੋ ਗਈਆਂ ਨੇ। ਤਨਖਾਹ ਕਮਿਸ਼ਨ ਤੇ ਪੰਜਾਬ ਸਰਕਾਰ ਉਹਨਾਂ ਨੂੰ ਭੁੱਲ ਗਈ। ਤੁਸੀਂ ਦੇਖ ਸਕਦੇ ਜੇ ਇਹ ਟੋਟਲ ਜਿੰਨੇ ਮੁਲਾਜ਼ਮ ਨੇ ਪੰਜਾਬ ਦੇ, ਉਹਨਾਂ ਦਾ 30-35% ਮੁਲਾਜ਼ਮ ਨੇ, ਕਈ ਵਰਗਾਂ ਦੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਘੱਟ ਤਨਖਾਹਾਂ ਮਿਲ ਰਹੀਆਂ। ਉਹਨਾਂ ਦੀਆਂ ਜਿਹੜੀਆਂ ਪੈਰਟੀਆਂ ਸੀ, ਦਹਾਕਿਆਂ ਤੋਂ ਹੋਰ ਮੁਲਾਜ਼ਮਾਂ ਨਾਲ ਜਿਹੜੀਆਂ ਤਨਖਾਹਾਂ ਬਰਾਬਰ ਸੀ, ਉਹਨੂੰ ਥੱਲੇ ਸੁੱਟ ਦਿੱਤਾ ਗਿਆ, ਪਰ ਅੱਜ ਉਹਨੂੰ ਰਿਵਾਈਜ਼ ਕਰਨ ਦੀ ਥਾਂ ਤੇ ਪੂਰੀ ਤਰ੍ਹਾਂ ਇਗਨੋਰ ਕਰ ਦਿੱਤਾ। ਅਸਲ 'ਚ ਮਸਲਾ ਕੀ ਹੈ ਦਲਜੀਤ ਜੀ? ਮਸਲਾ ਇਹ ਹੈ ਕਿ ਸਰਕਾਰ ਨੇ ਪਹਿਲਾਂ 2011 ਦੇ ਵਿੱਚ ਕੁਝ ਕੈਟਾਗਰੀਆਂ ਨੂੰ ਰਿਵਾਈਜ਼ ਕਰ ਦਿੱਤਾ ਸੀ, ਪਰ ਜਿਹੜੀਆਂ ਬਾਕੀ ਦੀਆਂ ਰਹਿੰਦੀਆਂ ਸੀ 6ਵੇਂ ਪੇ ਕਮਿਸ਼ਨ ਨੇ ਉਹਨਾਂ ਨੂੰ ਬਹਾਲ ਕਰਨਾ ਸੀ। ਉਹਨਾਂ ਦੀ ਪੇ ਪੈਰਟੀਆਂ ਬਹਾਲ ਕਰਕੇ ਉਹਨਾਂ ਨੂੰ ਜੋ ਪੁਰਾਣਾ ਉਹਨਾਂ ਦਾ ਗੁਣਾਕ ਅਸਲ ਬਣਦਾ ਸੀ ਉਹ ਦੇਣਾ ਸੀ, ਪਰ ਸਰਕਾਰ ਉਲਟਾ ਕਾਣੀ ਵੰਡ ਕਰਨ ਤੇ ਆਈ ਹੋਈ ਹੈ, ਜਿਨ੍ਹਾਂ ਨੂੰ ਜੋ ਹੱਕ ਮਿਲਣਾ ਚਾਹੀਦਾ ਸਗੋਂ ਉਸ ਤੋਂ ਵੀ ਖੋਣ ਤੇ ਲੱਗੀ ਹੋਈ ਹੈ। ਤੁਸੀਂ ਇੱਕ ਦੱਸਿਓ, ਜੈ ਸਿੰਘ ਗਿੱਲ ਜਿਹੜੇ ਚੇਅਰਮੈਨ ਸੀ ਤਨਖਾਹ ਕਮਿਸ਼ਨ ਦੇ, ਉਹਨਾਂ ਕੋਲ ਇਹ ਸਾਰੀ ਗੱਲ ਰੱਖੀ ਸੀ? ਸਰ, ਪੇ ਕਮਿਸ਼ਨ ਕੋਲ, ਜੈ ਸਿੰਘ ਗਿੱਲ ਕੋਲ ਹਰ ਇੱਕ ਕੈਟਾਗਰੀ ਅਸੀਂ ਅਲੱਗ-ਅਲੱਗ ਜਥੇਬੰਦਕ ਤੌਰ ਤੇ ਉਹਨਾਂ ਨੂੰ ਮਿਲ ਕੇ ਆ ਚੁੱਕੇ ਹਾਂ। ਅਨੋਮਲੀ ਦੱਸੀ ਸੀ ਉਹਨਾਂ ਨੇ, ਪੂਰੇ ਦਾ ਪੂਰਾ ਇੱਕ 5ਵਾਂ ਚੈਪਟਰ ਇਸ ਤੇ ਲਿਖਿਆ ਜੀ। ਉਹਨਾਂ ਨੇ ਉਦਾਹਰਨਾਂ ਦੇ ਕੇ ਪੇਸ਼ ਕੀਤੀਆਂ। ਉਹਨਾਂ ਨੇ ਸਾਡੇ ਹੱਕ ਦੀ ਥੋੜੀ ਬਹੁਤ ਗੱਲ ਕੀਤੀ ਹੈ, ਪਰ ਸਰਕਾਰ ਮੰਨਣ ਨੂੰ ਤਿਆਰ ਨਹੀਂ ਹੈਗੀ। ਸਰਕਾਰ ਫਿਰ ਵੀ ਸਾਡੇ ਨਾਲ ਉਸ ਤੋਂ ਵੱਧ ਅੱਗੇ ਧੱਕਾ ਕਰਨ ਜਾ ਰਹੀ ਹੈ, ਸਗੋਂ ਕਾਣੀ ਵੰਡ ਕਰਨ ਦੀ ਕੋਸ਼ਿਸ਼ ਕਰਦੀ। ਥੋੜੀ ਡਿਟੇਲ 'ਚ ਦੱਸਿਓ ਕਿਹੜੀਆਂ ਕੈਟਾਗਰੀਆਂ ਨੇ, ਮੁੱਖ ਤੌਰ ਤੇ ਕਿੰਨੀਆਂ ਨੇ? ਮੁੱਖ ਤੌਰ ਤੇ 83 ਕੈਟਾਗਰੀਆਂ ਨੇ, ਜਿਹਦੇ ਵਿੱਚ ਜਲ ਸਪਲਾਈ ਵਿਭਾਗ ਹੋ ਗਿਆ ਜੀ, ਮੱਛੀ ਪਾਲਣ ਬਾਗਬਾਨੀ ਵਿਭਾਗ ਹੋ ਗਿਆ, ਸਿੱਖਿਆ ਵਿਭਾਗ ਹੋ ਗਿਆ ਜੀ, ਮੰਡੀ ਬੋਰਡ ਹੋ ਗਏ। ਪੰਜਾਬ ਸਰਕਾਰ ਦਾ ਕੋਈ ਅਜਿਹਾ ਅਦਾਰਾ ਨਹੀਂ ਹੈਗਾ, ਕੋਈ ਅਜਿਹਾ ਵਿਭਾਗ ਨਹੀਂ ਹੈਗਾ ਜਿਹਦੇ ਮੁਲਾਜ਼ਮ ਅਫੈਕਟਡ ਨਾ ਹੋਏ ਹੋਣ। 30% ਮੁਲਾਜ਼ਮ ਸਰਕਾਰ ਨੂੰ ਵੀ ਪਤਾ ਕੋਈ ਥੋੜੇ ਨਹੀਂ ਹੁੰਦੇ, ਜਾਂ ਉਹ ਮੁਲਾਜ਼ਮ ਵੀ ਹੈਗੇ ਆ ਸਰ ਜਿਨ੍ਹਾਂ ਨੂੰ ਪੇ ਪੈਰਟੀ ਜਿਨ੍ਹਾਂ ਦੀ ਤੋੜੀ ਗਈ, ਨਾ ਮਾਤਰ ਵਰਗਾ ਵਾਧਾ ਦਿੱਤਾ ਗਿਆ, ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਿਹਾ ਸਰ। ਉਹਨਾਂ ਨੂੰ ਸਗੋਂ ਪਿੱਛੇ ਖਿੱਚਿਆ ਜਾ ਰਿਹਾ। ਓਕੇ, ਥੋੜਾ ਜਿਹਾ ਹੋਰ ਡਿਟੇਲ 'ਚ ਦੱਸੋ ਕੈਟਾਗਰੀ ਵਾਈਜ਼ ਵੀ ਕਿੰਨਾ ਕੁ ਨੁਕਸਾਨ ਹੋਇਆ, ਕਿਹੜੀ ਕੈਟਾਗਰੀ ਦੇ ਬਰਾਬਰ ਸੀ ਤੁਸੀਂ ਤੇ ਹੁਣ ਆ ਕੇ ਉਹ ਡਿਸਪੈਰਿਟੀ ਹੋ ਗਈ? ਇਹ ਸਰ ਜਿਹੜੀ 2006 ਦੇ ਵਿੱਚ ਜਿਹੜਾ ਪੇ ਕਮਿਸ਼ਨ ਸੀ, 1968 ਤੋਂ ਲੈ ਕੇ 2011 ਤੱਕ ਸਾਡੇ ਇੱਕ ਸਕੇਲ ਰਹੇ ਨੇ। ਉਹਨਾਂ ਦੇ ਵਿੱਚ ਪਟਵਾਰੀ ਕਨਗੋ ਤੇ ਪਟਵਾਰੀ ਹੋ ਗਏ, ਕਲਰਕ ਹੋ ਗਏ, ਕਲੈਰੀਕਲ ਸਟਾਫ ਹੋ ਗਿਆ, ਉਹ 1900 ਦਾ ਗ੍ਰੇਡ ਪੇ ਲੈ ਰਹੇ ਸੀ 2011 ਤੋਂ ਪਹਿਲਾਂ। ਉਹਨਾਂ ਨੂੰ ਇਹਨਾਂ ਨੇ ਚੱਕ ਕੇ 3200 ਦਾ ਗ੍ਰੇਡ ਪੇ ਦੇ ਦਿੱਤਾ, 10,300 ਜਮ੍ਹਾਂ 3200। ਪਰ ਜਿਹੜੀ ਸਾਡੀ ਇਹ ਜਮਾਤ ਸੀਗੀ ਜਲ ਸਪਲਾਈ ਦੀ ਫੀਲਡ ਮੁਲਾਜ਼ਮ ਜਾਂ ਦਰਜਾ 4 ਮੁਲਾਜ਼ਮ, ਇਹ ਫੀਲਡ ਇਹ ਵੀ ਬਰਾਬਰ ਸੀ, ਇਹਨਾਂ ਨੇ 2400 ਦਾ ਗ੍ਰੇਡ ਪੇ ਦਿੱਤਾ 1900 ਦੀ ਜਗ੍ਹਾ, ਜਿਸ ਦੇ ਕਰਕੇ ਇੱਕ ਬਹੁਤ ਵੱਡੀ ਅਨਾਮਲੀ ਇਹ ਵਿੱਚ ਪੈਦਾ ਹੋ ਗਈ ਇਹਨਾਂ ਦੇ ਤੇ ਸਾਡੇ ਵਿੱਚ। ਤੇ ਅੱਜ ਉਹ ਅਨਾਮਲੀ ਜਿਹੜੀ ਆ ਹੋਰ ਵਧਾ ਰਹੇ ਨੇ, ਇਹ 2 ਫੈਕਟਰ ਬਣਾ ਕੇ 2.25 ਤੇ 2.59। ਅਸੀਂ ਚਾਹੁੰਦੇ ਹਾਂ ਕਿ 2011 ਦੇ ਵਿੱਚ ਜਿਹੜੇ ਸਕੇਲ ਸੀਗੇ ਉਹ ਇੱਕੋ ਮੰਨ ਕੇ ਉਦੋਂ ਦਾ ਗਣਾਕ ਇੱਕੋ ਗਣਾਕ ਦੇ ਨਾਲ
ਇਹ ਦਿੱਤਾ ਜਾਵੇ ਸਾਰੇ ਮੁਲਾਜ਼ਮਾਂ ਨੂੰ, ਤੇ ਉਦੋਂ ਦੇ ਸਕੇਲ ਬਰਾਬਰ ਕਰਕੇ ਜਿਹੜੇ ਅਨਾਮਲੀ ਦੂਰ ਕੀਤੀ ਜਾਵੇ। ਅਨਾਮਲੀ ਦੂਰ ਕੀਤੀ ਜਾਵੇ। ਇਹਦੇ ਸੰਬੰਧ 'ਚ ਤੁਸੀਂ ਸਰਕਾਰ ਨਾਲ ਕਿਤੇ ਮੁਲਾਕਾਤ ਕੀਤੀ ਹੈ, ਵਿੱਤ ਮੰਤਰੀ ਨਾਲ ਜਾਂ ਹੋਰ ਕਿਸੇ ਨਾਲ? ਜੀ ਵਿੱਤ ਮੰਤਰੀ ਸਾਹਿਬ ਨਾਲ ਵੀ ਸਾਡੀ ਮੁਲਾਕਾਤ ਹੋਈ ਆ, ਤੇ ਜਿਹੜੀ ਇਹ ਕਮੇਟੀ ਸੀ ਸਾਡੇ ਆਪਣੇ ਪਰਸਨਲ ਤੌਰ ਤੇ ਹੋਈ ਆ। ਲੇਕਿਨ ਹੁਣ ਅਸੀਂ 83 ਜਥੇਬੰਦੀਆਂ ਚੋਂ ਅੱਜ 21 ਜਥੇਬੰਦੀਆਂ ਇੱਥੇ ਪਹੁੰਚੀਆਂ ਨੇ, ਜਿਹੜੀਆਂ ਜਾਂ ਤੇ ਪਾਰਸ਼ਲੀ ਇਫੈਕਟਡ ਨੇ ਤੇ ਜਾਂ ਉਹਨਾਂ ਦਾ ਰਿਵਾਈਜ਼ਡ ਨਹੀਂ ਹੋਇਆ। ਤੇ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਕਿ ਹੁਣ ਸਰਕਾਰ ਦੀ ਜੋ ਪਿੱਛੇ ਯੂਟੀ ਅਤੇ ਮੁਲਾਜ਼ਮ ਫਰੰਟ ਦੀ ਗੱਲਬਾਤ ਹੋਈ, ਜਿਸ ਵਿੱਚ ਪ੍ਰਪੋਜ਼ਡ ਇੱਕ ਸਬ ਕਮੇਟੀ ਬਣਾਉਣ ਦਾ ਇਹਨਾਂ ਨੇ ਤਜਵੀਜ਼ ਰੱਖੀ ਆ, ਉਹ ਪ੍ਰਪੋਜ਼ਡ ਸਬ ਕਮੇਟੀ ਸਿਰਫ ਤੇ ਸਿਰਫ ਇੱਕ ਸਰਕਾਰ ਦੀ ਹੱਲਾਸ਼ੇਰੀ ਆ ਮੁਲਾਜ਼ਮ ਵਰਗ ਵਿੱਚ ਪਾੜ ਪਾਉਣ ਦੀ, ਕਿ 70% ਮੁਲਾਜ਼ਮਾਂ ਨੂੰ ਉਹ ਮਿਲ ਜੇ ਗੁਣਾਵਾਚਕ ਤੇ 30% ਨੂੰ ਸਬ ਕਮੇਟੀ ਬਣਾ ਕੇ ਠੰਡੇ ਬਸਤੇ 'ਚ ਪਾਇਆ ਜਾਏ। ਜੋ ਕਿ ਮੀਟਿੰਗ ਹੋਈ ਸੀ ਆਪਣੇ ਮੰਤਰੀਆਂ ਦੀ ਕਮੇਟੀ ਨਾਲ ਪੰਜਾਬ ਯੂਟੀ ਵਰਗ ਦੇ ਜਿਹੜੇ ਕਨਵੀਨੀਅਰ ਸਨ, ਉਹ ਜਿਹੜਾ ਸਾਂਝਾ ਮੋਰਚਾ ਬਣਿਆ ਉਹਦੀ ਮੀਟਿੰਗ ਹੋਈ ਸੀ। ਇਹ 30% ਨੂੰ ਅਗਰ ਤੁਸੀਂ ਠੰਡੇ ਬਸਤੇ 'ਚ ਪਾਉਂਦੇ ਹੋ ਤੇ 10 ਸਾਲ ਦੀ ਜਿਹੜੀ ਮਾਨਸਿਕ ਅਤੇ ਆਰਥਿਕ ਪੀੜਾ ਅਸੀਂ ਹੰਢਾ ਰਹੇ ਹਾਂ, ਇਹ ਫਿਰ ਉਸ ਨੂੰ ਦੁਬਾਰਾ ਤੋਂ ਸੁਰਜੀਤ ਕਰ ਦਿੱਤਾ ਆ, ਜਿਸ ਦੀ ਅਸੀਂ ਬਹੁਤ ਹੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਤੇ ਪ੍ਰਪੋਜ਼ਡ ਸਬ ਕਮੇਟੀ ਨੂੰ ਮੁੱਢੋਂ ਅੱਜ ਇਸ ਚੀਜ਼ ਨੂੰ ਰੱਦ ਕਰਦੇ ਹਾਂ। ਓਕੇ, ਤੁਹਾਡਾ ਮਤਲਬ ਜਿਹੜੀ ਸਬ ਕਮੇਟੀ ਬਣਾਈ ਜਾ ਰਹੀ ਹੈ ਉਹ ਫਿਰ ਠੰਡੇ ਬਸਤੇ 'ਚ ਸਾਰਾ ਕੁਝ ਪਾਉਣ ਦਾ ਮੁੱਦਾ ਹੈ? ਬਿਲਕੁਲ ਜੀ, ਜੇ ਲੰਗਰ ਸ਼ੁਰੂ ਕੀਤਾ ਫਿਰ ਸਾਰਿਆਂ ਨੂੰ ਇਕੱਠਿਆ ਵਰਤਣਾ ਚਾਹੀਏ। ਇਹ ਕਿਦਾਂ ਹੋ ਗਿਆ ਕਿ 70% ਨੂੰ ਅੱਜ ਅਸੀਂ ਤਨਖਾਹ ਕਮਿਸ਼ਨ ਲਾਗੂ ਕਰ ਦਿੰਦੇ ਆ ਤੇ 30% ਜਿਹੜੇ ਆ ਉਹ ਸਬ ਕਮੇਟੀ ਦੇ। ਇਹ ਸਬ ਕਮੇਟੀ ਟਾਈਮ ਨੂੰ ਵੀ ਇਕੱਠਿਆਂ ਵਾਚ ਕਰਕੇ ਇੱਕ ਦਿਨ ਇੱਕ ਸਾਰ ਹੀ 100% ਮੁਲਾਜ਼ਮਾਂ ਦੇ ਉੱਤੇ ਗੁਣਾਵਾਚਕ ਜਿਹੜਾ ਆ ਉਹ ਕੀਤਾ ਜਾਏ। ਸਾਡੀਆਂ ਮੁਸ਼ਕਲਾਂ ਪੇ ਪੈਰਿਟੀ ਬਹਾਲ ਕਰਨ ਤੋਂ ਬਾਅਦ, ਕਿਉਂਕਿ ਅਸੀਂ ਬਹੁਤ ਪਿੱਛੇ ਰਹਿ ਚੁੱਕੇ ਹਾਂ ਤੇ ਸਾਡੇ ਸੇਮ ਇਹ ਕਿਦਾਂ ਹੋ ਸਕਦਾ ਜੀ ਕਿ ਸੇਮ ਦੋ ਕੈਟਾਗਰੀਆਂ ਸੇਮ ਐਜੂਕੇਸ਼ਨ ਕੁਆਲੀਫਿਕੇਸ਼ਨ ਹੋਵੇ ਤੇ ਇੱਕ ਜਿਹੜੀ ਆ ਕੈਟਾਗਰੀ ਉਹ ਅੱਜ ਦੇ ਦਿਨ 13-14 ਹਜ਼ਾਰ ਰੁਪਏ ਦਾ ਘਾਟਾ ਲੈ ਰਹੀ ਹੋਵੇ, ਤੇ ਇਹ ਸਾਨੂੰ ਮਨਜ਼ੂਰ ਨਹੀਂ ਆ ਤੇ ਅਸੀਂ ਇਸ ਦੇ ਖਿਲਾਫ ਡਟ ਕੇ ਖਲੋਵਾਂਗੇ ਤੇ ਜੋ ਵੀ ਸਾਨੂੰ ਕਰਨਾ ਪਿਆ ਸੰਵਿਧਾਨਿਕ ਤੌਰ ਦੇ ਉੱਤੇ ਜਿਹੜੇ ਸਾਨੂੰ ਹੱਕ ਮਿਲੇ ਨੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਵਰਤੋਂ ਜ਼ਰੂਰ ਕਰਾਂਗੇ ਜੀ। ਕੋਈ ਇਦਾਂ ਦਾ ਵੀ ਅੰਕੜਿਆਂ 'ਚ ਗੱਲ ਸਾਹਮਣੇ ਆਈ ਹੈ ਵੀ 2.59 ਤੁਹਾਨੂੰ ਦੇ ਕੇ ਵੀ ਉਹਦੇ ਬਾਵਜੂਦ ਜਿਹੜੇ ਪਹਿਲਾਂ ਰੀਰਿਵਾਈਜ਼ ਹੋਏ ਨੇ ਉਹਨਾਂ ਤੋਂ ਵੀ ਘੱਟ ਤਨਖਾਹਾਂ ਮਿਲਣਗੀਆਂ। ਸਰ ਪੇ ਕਮਿਸ਼ਨ ਦੀ ਆਪਣੀ ਰਿਪੋਰਟ ਕਹਿੰਦੀ ਹੈ ਉਦਾਹਰਨ 2 ਦੇ ਵਿੱਚ 2732 ਪੇਜ ਦੇ ਉੱਤੇ ਕਿ ਜੇਕਰ ਇੱਕ ਰਿਵਾਈਜ਼ ਜਿਹੜਾ ਉਹ ਹੈ ਮੁਲਾਜ਼ਮ ਹੈ ਉਹਨੂੰ 2.25 ਨਾਲ ਗੁਣਾ ਕਰ ਦਿਓ ਤੇ ਜਿਹੜਾ ਅਨਰਿਵਾਈਜ਼ ਹੈ ਉਹਨੂੰ 2.59 ਨਾਲ ਗੁਣਾ ਕਰ ਦਿਓ, ਫਿਰ ਵੀ ਉਹਨਾਂ ਦੀ ਤਨਖਾਹ ਦੇ ਵਿੱਚ ਬੇਸਿਕ ਦੇ ਵਿੱਚ ਪਾੜਾ 10000 ਦਾ ਰਹਿ ਜਾਂਦਾ, ਜਿਹੜਾ ਕਿ ਇਹਦੇ ਬਾਵਜੂਦ ਵੀ ਇਹ ਪੇ ਕਮਿਸ਼ਨ ਦੀ ਆਪਣੀ ਰਿਪੋਰਟ ਤੇ ਆਪਣੀ ਉਦਾਹਰਨ ਦੱਸ ਰਹੀ ਹੈ। ਓਕੇ, ਹੁਣ ਪਤਾ ਨਹੀਂ ਸਰ ਜੈ ਸਿੰਘ ਗਿੱਲ ਜੀ ਨੂੰ ਵੀ ਇਸੀ ਗੱਲ ਦੱਸ ਚੁੱਕੇ ਹਾਂ। ਹੁਣ ਮਨਪ੍ਰੀਤ ਬਾਦਲ ਪਤਾ ਨਹੀਂ ਕੀ ਚਾਹੁੰਦੀ ਹੈ। ਮੈਂ ਤਾਂ ਸਰਕਾਰ ਨੂੰ ਇਹ ਚੇਤਾਵਨੀ ਦੇਵਾਂਗਾ ਜਾਂ ਤਾਂ ਮਨਪ੍ਰੀਤ ਬਾਦਲ ਨੂੰ ਘਰੋਂ ਬੈਠੇ ਨੂੰ ਉਠਾ ਲੈਣ, ਨਹੀਂ ਮਨਪ੍ਰੀਤ ਬਾਦਲ ਨੇ ਸਾਰੀ ਸਰਕਾਰ ਨੂੰ ਘਰੇ ਬਿਠਾ ਦੇਣਾ ਜੇ ਇਹ ਹਾਲਾਤ ਰਹੇ। ਉਹ ਕਿਵੇਂ? ਉਹ ਤਾਂ ਕਹਿੰਦਾ ਮੇਰੇ ਵਰਗਾ ਸਿਆਣਾ ਵਿੱਤ ਮੰਤਰੀ ਕੋਈ ਨਹੀਂ। ਜੇ ਉਹ ਸਿਆਣਾ ਹੁੰਦਾ ਸਰ, ਉਹ ਫਿਰ ਸਿਆਣਾ ਇਹਨਾਂ ਸਾਰਿਆਂ ਤੋਂ ਹੋਗਾ, ਕੈਪਟਨ ਸਰਕਾਰ ਤੋਂ ਵੀ ਸਿਆਣਾ ਹੋਗਾ, ਮੰਤਰੀਆਂ ਤੋਂ ਵੀ ਸਿਆਣਾ ਹੋਗਾ। ਉਹ ਤਾਂ ਕਿਸੇ ਦੀ ਗੱਲ ਹੀ ਨਹੀਂ ਸੁਣ ਰਿਹਾ ਸਰ, ਉਹ ਸਾਡੇ ਸਾਹਮਣੇ ਨਹੀਂ ਆ ਰਿਹਾ। ਜੇਕਰ ਵਿੱਤ ਮੰਤਰੀ ਸਿਆਣਾ ਸਾਡੇ ਨਾਲ ਆ ਕੇ ਗੱਲ ਕਰੇ, ਸਾਡੇ ਮੰਤਰੀ ਨੇ ਮੇਰਾ ਖਿਆਲ ਵੀ ਇਹ ਕੰਮ ਹੀ ਖਤਮ ਕਰਤਾ ਭੁੱਖ 'ਚ ਦਲਜੀਤ ਜੀ, ਵੀ ਤੁਹਾਨੂੰ ਲੜਨ ਦੀ ਲੋੜ ਹੀ ਨਹੀਂ ਪੈਣੀ। ਇਹ ਜਿਹੜੇ 17 ਜੁਲਾਈ 2020 ਤੋਂ ਬਾਅਦ ਕੇਂਦਰੀ ਸਕੇਲ ਲਾਗੂ ਕਰਤਾ, ਕਮਿਸ਼ਨ ਲਾਗੂ ਕਰਤਾ, ਅੱਗੇ ਤੋਂ ਤਾਂ ਲੱਗਦਾ ਵੀ ਤਨਖਾਹ ਕਮਿਸ਼ਨ ਪੰਜਾਬ ਦਾ ਬੈਠਣਾ ਹੀ ਨਹੀਂਗਾ। ਸਰ ਵਿੱਤ ਮੰਤਰੀ ਬਦਲਦੇ ਰਹਿੰਦੇ ਆ, ਮੁਲਾਜ਼ਮ ਸੰਗਠਨ ਤੇ ਮੁਲਾਜ਼ਮ ਸੰਘਰਸ਼ ਕਦੇ ਨਹੀਂ ਬਦਲਦਾ। ਕੁਰਸੀਆਂ ਵਾਲੇ ਬਹੁਤ ਬਦਲਦੇ ਆ, ਸਾਡਾ ਇੱਕ ਆ, ਸਾਡਾ ਸੰਘਰਸ਼ ਉਦਾਂ ਹੀ ਚੱਲਦਾ ਰਹੇਗਾ। ਕੁਰਸੀਆਂ ਤਾਂ ਆਂਦੀਆਂ ਜਾਂਦੀਆਂ ਰਹਿਣਗੀਆਂ। ਅਸੀਂ ਆਪਣਾ ਸੰਘਰਸ਼ ਲੜਦੇ ਰਹਾਂਗੇ ਜਦੋਂ ਤੱਕ ਸਾਡੇ ਹੱਕ ਨਹੀਂ ਮਿਲਦੇ। ਉਦੋਂ ਉਸ ਵਾਸਤੇ ਸਾਨੂੰ ਪਰਿਵਾਰਾਂ ਸਮੇਤ ਸੜਕਾਂ ਤੇ ਆਉਣਾ ਪਏ ਜਾਂ ਸਾਨੂੰ ਆਪ ਬੈਠਣਾ ਪਏ ਜਾਂ ਸਰਕਾਰ ਦੇ ਕੰਮਕਾਜ ਠੱਪ ਕਰਨੇ ਪੈਣ, ਅਸੀਂ ਹਰ ਹਾਲ 'ਚ ਆਪਣਾ ਹੱਕ ਲੈ ਕੇ ਹਟਾਂਗੇ, ਨਹੀਂ ਤਾਂ ਸਰਕਾਰ ਨੂੰ ਘਰ ਬੈਠਣਾ ਪਏਗਾ। ਓਕੇ, ਤੁਸੀਂ ਕਿਹੜੀ ਪੋਸਟ ਤੇ ਕੰਮ ਕਰਦੇ ਹੋ? ਮੈਂ ਸੀਨੀਅਰ ਲੈਕਚਰ ਅਸਿਸਟੈਂਟ ਗਵਰਨਮੈਂਟ ਕਾਲਜ ਦੇ ਵਿੱਚ ਕੰਮ ਕਰਦਾ। ਤੁਹਾਡੇ ਨਾਲ ਕਿਵੇਂ ਡਿਸਪੈਰਿਟੀ ਹੋਈ? ਸਰ ਸਾਡੇ ਨਾਲ ਐਵੇਂ ਡਿਸਪੈਰਿਟੀ ਹੋਈ ਵੀ ਜਿਵੇਂ 1-1-6 ਨੂੰ ਜਿਹੜੀਆਂ ਕੈਟਾਗਰੀਆਂ ਸੀਗੀਆਂ ਉਹ 1900 ਗ੍ਰੇਡ 'ਤੇ ਰਹਿ ਰਹੀਆਂ ਸੀਗੀਆਂ ਇਕੱਠੀਆਂ, ਪਰ ਸਾਡੇ ਕਲਰਕ, ਮਾਲ ਪਟਵਾਰੀ, ਕਨਗੋ, ਇਹ ਕਾਫੀ ਕੈਟਾਗਰੀਆਂ 1900 ਤੋਂ ਚੱਕ ਕੇ 11 ਦੇ ਵਿੱਚ ਆ ਕੇ 3200 ਗ੍ਰੇਡ 'ਤੇ ਦਿੱਤਾ ਗਿਆ। ਉਹਨਾਂ ਨੂੰ ਦੇ ਦਿੱਤਾ, ਠੀਕ ਹੈ। ਪਰ ਸਾਡੀ ਕੈਟਾਗਰੀ ਜਿਵੇਂ ਜੂਨੀਅਰ ਲੈਕਚਰ ਸਹਾਇਕ ਤੇ ਸੀਨੀਅਰ ਲੈਕਚਰ ਸਹਾਇਕ ਦਾ ਗ੍ਰੇਡ ਸੀ 2800 ਤੇ 3200, ਉਹ ਪੇ ਪੈਰਿਟੀ ਬਣ ਗਈ ਕਿਉਂਕਿ ਉਹਨਾਂ ਨੂੰ 3200 ਮਿਲ ਗਿਆ ਤੇ ਸਾਨੂੰ ਛੇੜੇ ਤੱਕ ਨਹੀਂ ਗਿਆ। ਓਕੇ, ਤੇ ਅਸੀਂ ਇਹਦੇ ਲਈ ਕੋਰਟ ਕੇਸ ਵੀ ਕੀਤਾ। ਸਾਡੇ ਘੱਟੋ ਘੱਟ 20 ਕੋਰਟ ਕੇਸ ਕੋਰਟ ਦੇ ਵਿੱਚ ਚੱਲ ਰਹੇ ਨੇ। ਉੱਥੇ ਫਾਈਨਾਂਸ ਦਾ ਜਿਹੜਾ ਨੁਮਾਇੰਦਾ ਉੱਥੇ ਪੇਸ਼ ਜਾਂਦਾ ਹੈ, ਉਹ ਉੱਥੇ ਐਫੀਡੈਵਿਟ ਦਿੰਦਾ ਹੈ ਵੀ ਅਸੀਂ ਇਹ ਸਾਰੀਆਂ ਅਨੋਮਲੀਆਂ ਪੇ ਕਮਿਸ਼ਨ ਦੇ ਵਿੱਚ ਦੂਰ ਕਰਾਂਗੇ। ਪਰ ਪੇ ਕਮਿਸ਼ਨ ਦੇ ਵਿੱਚ ਜੈ ਸਿੰਘ ਗਿੱਲ ਨੇ ਕੁਝ ਅਨੋਮਲੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਇਹਨੂੰ ਮੰਨਦੇ ਹਾਂ। ਤੇ ਫਾਈਨਾਂਸ ਦਾ ਇੱਕ ਲੈਟਰ ਹੈ 5 ਜੁਲਾਈ ਨੂੰ ਜਿਹੜਾ ਗਜਟ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਉਹਦੇ ਵਿੱਚ ਪੇ ਪੈਰਿਟੀ ਕਲੀਅਰ ਦਿਖਦੀ ਹੈ ਵੀ 10000 ਦਾ ਅੱਜ ਵੀ ਫਰਕ ਹੈ। ਅਸੀਂ ਉਹ ਫਰਕ ਦੂਰ ਕਰਨ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਤੇ ਉਸ ਜਿਹੜੀ ਸਬ ਕਮੇਟੀ ਬਣਾਉਣ ਦੀ ਗੱਲ ਕਰਦੇ ਆ ਉਹਨੂੰ ਮੁੱਢੋਂ ਰੱਦ ਕਰਦੇ ਆ। ਅਸੀਂ ਸਾਰੇ ਕਹਿੰਦੇ ਆ ਵੀ ਜਿਨ੍ਹਾਂ ਨੂੰ ਮਿਲ ਚੁੱਕਾ ਪਹਿਲਾਂ ਉਹਨਾਂ ਨੂੰ ਐਜ਼ ਇਟ ਇਜ਼ ਉੱਦਾਂ ਹੀ ਦੇਣ,
ਪਰ ਪਰੰਤੂ ਸਾਡੇ ਦੇ ਬਾਰੇ ਵੀ ਉਹਨਾਂ ਨੂੰ ਸੋਚਣਾ ਚਾਹੀਦਾ, ਕਿਉਂਕਿ 2011 ਦੇ ਵਿੱਚ ਬਹੁਤ ਵੱਡੀਆਂ ਨਾਮਲੀਆਂ ਆ ਗਈਆਂ। ਜਿਹੜੇ ਮੁਲਾਜ਼ਮ ਆ ਉਹ ਬਕਾਇਦਾ ਟੈਨਸ਼ਨ ਦੇ ਵਿੱਚ ਨੇ। ਇਹ ਹੁਣ 6ਵਾਂ ਪੇ ਕਮਿਸ਼ਨ ਦੇ ਰਹੇ ਨੇ, ਬੜਾ ਜੁਲਾਈ ਤੋਂ ਲਾਗੂ ਕਰਨਾ, ਹੁਣ 31 ਅਗਸਤ ਤੋਂ ਲਾਗੂ ਕਰਨਾ। ਇਹ ਜਿਹੜਾ ਇਹ ਕਰ ਰਹੇ ਨੇ ਰਾਮਲੀਲਾ, ਇਹ ਚੰਗੀ ਨਹੀਂ ਇਹਨਾਂ ਵਾਸਤੇ। ਇਹ ਜਿਹੜਾ ਮੁਲਾਜ਼ਮ 30% ਆ, ਇਹਨੂੰ 30% ਨਾ ਸਮਝਿਆ ਜਾਵੇ, ਇਹ ਬਹੁਤ ਜ਼ਿਆਦਾ ਮੁਲਾਜ਼ਮ ਆ। ਤੇ ਇਹ ਅਨਾਮਲੀ ਦੂਰ ਕਰਵਾ ਜੇ ਨਾ ਕੀਤੀਆਂ ਤੇ ਸੜਕਾਂ ਤੇ ਉਤਰੇਗਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਸਰਕਾਰਾਂ ਨੂੰ ਇਸ ਦਾ ਹਰਜਾਨਾ ਵੀ ਭੁਗਤਣਾ ਪਏਗਾ। ਤੁਸੀਂ ਕੋਈ ਜਥੇਬੰਦੀ ਬਣਾਈ ਹੈ ਫਾਈਟ ਕਰ ਸਰ ਅਨਰਿਵਾਈਜ਼ਡ ਅਤੇ ਜਿਨ੍ਹਾਂ ਦੇ ਪਾਰਸਲੀ ਪੇ ਹੋਈ ਹੈ ਰਿਵਾਈਜ਼ਡ, ਉਹਨਾਂ ਦੀ ਜਥੇਬੰਦੀ ਇੱਕ ਫਰੰਟ ਬਣਾਇਆ, ਜਿਹਦੇ ਵਿੱਚ 19 ਜਥੇਬੰਦੀਆਂ ਦਾ ਇੱਕ ਸਮੂਹ ਹੈ। ਅਸੀਂ ਕਨਵੀਨਰ ਲਾਏ ਆ, ਪੂਰੇ ਪੰਜਾਬ ਦੇ ਜਿਹੜੇ ਮੁਲਾਜ਼ਮ ਹੈ ਜਥੇਬੰਦ ਹੋਏ ਆ। ਅਸੀਂ ਤਾਂ ਇਹ ਕਹਿੰਦੇ ਕਿ ਸਰਕਾਰ ਨੂੰ ਜੇਕਰ ਨਹੀਂ ਪਤਾ ਲੱਗਦਾ ਕਿ ਇਹਨਾਂ ਨੂੰ ਦੇਣਾ ਕੀ ਹੈ, ਅਸੀਂ ਉਹਨਾਂ ਨੂੰ ਸੁਝਾਅ ਦੇ ਰਹੇ ਹਾਂ ਕਿ ਤੁਸੀਂ 2011 ਤੋਂ ਪਹਿਲਾਂ ਜਿਹੜੀ ਤਨਖਾਹ ਸੀ ਉਹਨੂੰ ਨੋਸ਼ਨਲੀ ਫਿਕਸ ਕਰ ਦਿਓ। ਅਸੀਂ 5 ਸਾਲ ਦਾ ਉਹਨਾਂ ਨੂੰ ਇਹ ਵੀ ਨਹੀਂ ਕਹਿੰਦੇ ਕਿ ਤੁਸੀਂ ਸਾਨੂੰ 11 ਤੋਂ 16 ਤੋਂ ਸਾਨੂੰ ਦੇ ਦਿਓ। ਅਸੀਂ ਸਰਕਾਰ ਕੋਲ ਸੁਝਾਅ ਵੀ ਲੈ ਕੇ ਜਾ ਰਹੇ ਹਾਂ, ਸੁਝਾਅ ਵੀ ਕੋਈ ਗਲਤ ਨਹੀਂ ਹੈਗਾ। ਫਿਰ ਵੀ ਪਤਾ ਨਹੀਂ ਸਰਕਾਰ ਨੂੰ ਕਿਹੜੇ ਤਰੀਕੇ ਨਾਲ ਸਮਝਾਉਣਾ ਪਏਗਾ। ਅਧਿਕਾਰੀਆਂ ਦੀ ਜਾਂ ਮੰਤਰੀ ਦੀ ਕਮੇਟੀ ਨੇ ਸਰ ਇਸ ਫਰੰਟ ਦੇ ਵੱਲੋਂ ਸਾਨੂੰ ਨਹੀਂ ਸੁਣਿਆ ਗਿਆ। ਅਨਰਿਵਾਈਜ਼ ਫਰੰਟ ਵੱਲੋਂ ਅਲੱਗ-ਅਲੱਗ ਕੈਟਾਗਰੀ ਜਿਹੜੀ 19 ਜਥੇਬੰਦੀਆਂ, ਇਹ ਸਾਰੀਆਂ ਜਿਹੜੀ ਆਫੀਸਰ ਦੀ ਕਮੇਟੀ ਹੋਈ ਹੈ, ਇਹਨਾਂ ਨੂੰ ਜ਼ਰੂਰ ਮਿਲ ਕੇ ਆ ਚੁੱਕੇ ਹਾਂ। ਮੰਤਰੀ ਸਾਨੂੰ ਕੋਈ ਨਹੀਂ ਮਿਲਿਆ ਸਰ। ਮੰਤਰੀ ਸਾਡੇ ਤੋਂ ਮੂਲ ਘੋਰੇ। ਹੁਣ ਤੁਸੀਂ ਦੱਸੋ ਤੁਹਾਡੇ ਕੋਲ ਹੱਲ ਕੀ ਹੈ? ਸੰਘਰਸ਼ ਤੇ ਟਾਈਮ ਤੇ ਰਹਿ ਗਿਆ ਸਰਕਾਰ ਦਾ 3-4 ਮਹੀਨੇ, ਕਿਵੇਂ ਤੁਸੀਂ ਇਹ ਸਾਰਾ ਕੁਝ ਕਰਵਾਓਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਾਂਗਾ ਕਿ ਸਰਕਾਰ ਦੇ ਵਿਧਾਨਕਾਰਾਂ ਆਪਣੇ ਜਿਹੜੇ ਐਮਐਲਏ ਨੇ, ਉਹਨਾਂ ਨੇ ਕਦੀ ਕਿਉਂ ਨਹੀਂ ਇਹ ਕਮੇਟੀ ਬਣਾ ਕੇ ਕਿਹਾ ਕਿ 2011 'ਚ ਜਿਹੜਾ ਉਹਨਾਂ ਨੂੰ ਵਾਅਦਾ ਮਿਲਿਆ ਆ ਤੇ ਉਹ ਵਾਅਦਾ ਗਲਤ ਆ। ਅੱਜ ਸਾਡੇ ਸਾਥੀਆਂ ਦਾ ਮਿਲਿਆ ਹੋਇਆ ਵਾਅਦੇ ਨੂੰ ਇਹ ਗਲਤ ਠਹਿਰਾ ਰਹੇ ਨੇ। ਮੈਂ ਇਸ ਨੂੰ ਮੁੱਢੋਂ ਰੱਦ ਕਰਦਾ ਆ। ਜੋ ਉਹਨਾਂ ਨੂੰ ਵਾਅਦਾ ਮਿਲਿਆ ਉਹਨਾਂ ਨੂੰ ਮੁਬਾਰਕ, ਪਰ ਸਾਨੂੰ ਵੀ ਉਹਨਾਂ ਦੇ ਨਾਲ ਰਲਾਇਆ ਜਾਵੇ। ਅਗਰ ਇਹਨਾਂ ਨੇ ਸਾਰਾ ਨਕਾਰਨਾ ਆ ਤੇ ਸਭ ਤੋਂ ਪਹਿਲਾਂ ਐਮਐਲਏ ਜਿਹੜੇ ਨੇ ਇਹ ਆਪਣੀਆਂ ਤਨਖਾਹਾਂ ਦੇ ਵਿੱਚ ਕਟੌਤੀ ਕਰਨ, ਫਿਰ ਇਹ ਮੁਲਾਜ਼ਮ ਵਰਗ ਨੂੰ ਅੱਗੇ ਚਲੋ। ਦੂਸਰੀ ਤੁਹਾਡੀ ਗੱਲ ਦਾ ਹੱਲ ਇਹ ਆ ਕਿ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ, ਸਭ ਤੋਂ ਪਹਿਲਾਂ ਕਿਉਂਕਿ ਇਹ ਸਰਕਾਰ ਆ, ਵਿੱਤ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਆਪਣੇ ਮਹਿਲਾਂ ਦੇ ਵਿੱਚੋਂ ਬਾਹਰ ਆਉਣ ਤੇ ਸਾਡੇ ਗੱਲਬਾਤ ਸਾਡੇ ਨਾਲ ਕਰਨ, ਕਿਉਂਕਿ ਬਹੁਤ ਮੁਸ਼ਕਲ ਆ ਉਹਨਾਂ ਤੱਕ ਪਹੁੰਚਣਾ। ਮਾਊਂਟ ਐਵਰੈਸਟ ਤੇ ਸ਼ਾਇਦ ਕੋਈ ਚੜ੍ਹਾਈ ਕਰਨੀ ਹੋਵੇ ਤੇ ਉਹ ਸੌਖੀ ਆ, ਤੇ ਵਿੱਤ ਮੰਤਰੀ ਨੂੰ ਮਿਲਣਾ ਹੋਵੇ ਤੇ ਉਹ ਅੱਜ ਕੱਲ ਔਖਾ ਹੋ ਗਿਆ। ਉਹ ਤੇ ਤੁਹਾਡੀਆਂ ਵੋਟਾਂ ਨਾਲ ਬਣਿਆ, ਇੰਨੀ ਦੂਰ ਕਿੱਥੇ ਚਲ ਗਿਆ ਉਹ? ਹਾਂਜੀ, ਵੋਟਾਂ ਲੈ ਕੇ ਚਲ ਗਏ ਜੀ, ਉਹ ਤੇ ਸ਼ਾਹੀ ਮਹਿਲ ਦੇ ਵਿੱਚ ਚਲ ਗਏ। ਤੁਸੀਂ ਪ੍ਰੈਸ ਵਾਲੇ ਹੋ, ਤੁਸੀਂ ਵੀ ਜਾਣਦੇ ਹੋ। ਅਸੀਂ ਉਹਨਾਂ ਤੱਕ ਆਵਾਜ਼ ਕਿੱਦਾਂ ਪਹੁੰਚਾਈਏ? ਪੇ ਕਮਿਸ਼ਨ ਬਣਦਾ ਹੋਵੇ ਤੇ ਇੱਕ ਆਰਟੀਆਈ ਵੀ ਪਾਵਾਂਗੇ ਅਸੀਂ ਇਸ ਦੇ ਖਿਲਾਫ। ਕਿੰਨੀਆਂ ਜਥੇਬੰਦੀਆਂ ਨਾਲ ਇਹਨਾਂ ਨੇ ਮੀਟਿੰਗ ਕੀਤੀ ਆ। ਜਦੋਂ ਪੇ ਕਮਿਸ਼ਨ ਬਣਾ, ਘੱਟੋ ਘੱਟ ਪੀੜਤਾਂ ਨੂੰ ਸੁਣਿਆ ਜਾਵੇ, ਫੇਰ ਹੀ ਬਣਾਇਆ ਜਾਵੇ। ਤੇ ਮੈਂ ਇਹ ਬੇਨਤੀ ਕਰਾਂਗਾ, ਹੁਣ ਵੀ ਜਿਹੜੀ ਸਾਡੀ 29 ਤਰੀਕ ਦੀ ਰੈਲੀ ਹੋਈ ਸੀ, ਮਹਾ ਰੈਲੀ, ਉਹਦੇ ਵਿੱਚ ਮੰਤਰੀ ਮੰਡਲ ਜਿਹੜਾ ਮੌਜੂਦ ਸੀ, ਉਹਨਾਂ ਦੇ ਵਿੱਚ ਇਹਨਾਂ ਦੀ ਗੈਰ ਹਾਜ਼ਰੀ ਸੀ। ਹੁਣ ਉਹ ਗੈਰ ਹਾਜ਼ਰੀ ਦਾ ਅਗਰ ਤੇ ਪਰਸਨਲ ਕੋਈ ਰੀਜ਼ਨ ਆ ਤੇ ਉਹਦੀ ਕੋਈ ਗੱਲ ਨਹੀਂ, ਵੈਸੇ ਗੈਰ ਹਾਜ਼ਰੀ ਜਿਹੜੀ ਆ ਉਹਨਾਂ ਦੀ ਚੁੱਭਦੀ ਆ ਮੁਲਾਜ਼ਮ ਵਰਗ ਨੂੰ ਕਿ ਇਹ ਮੰਤਰਾਲੇ ਤੁਹਾਡਾ ਆ ਤੇ ਤੁਸੀਂ ਇਸ ਦੇ ਵਿੱਚ ਕਿੱਦਾਂ ਗੈਰ ਹਾਜ਼ਰ ਹੋਗੇ। ਇਹਦਾ ਮਤਲਬ ਸਿੱਧਾ ਹੈ ਕਿ ਉਹ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਆ ਤੇ ਸਰਕਾਰ ਚਾਹੁੰਦੀ ਹੈ ਕਿ ਮੁਲਾਜ਼ਮ। ਮੇਰੇ ਸਾਥੀ ਕਹਿੰਦੇ ਵੀ ਵਿੱਤ ਮੰਤਰੀ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ, ਤੁਹਾਨੂੰ ਸੁਣਨਾ ਨਹੀਂ ਚਾਹੁੰਦਾ, ਤੇ ਫਿਰ ਆਸ ਕਿਤੋਂ ਹੈਗੀ ਆ? ਆਸ ਤਾਂ ਹੁਣ ਕੈਪਟਨ ਸਰਕਾਰ ਤੋਂ ਹੈ ਕਿ ਉਹ ਆਪਣੇ ਵਿੱਤ ਮੰਤਰੀ ਦੀ ਸੁਣਨਾ ਚਾਹੁੰਦਾ, ਜਾਂ ਜਿਹੜੇ ਲੱਖਾਂ ਮੁਲਾਜ਼ਮ ਹੈ ਉਹਨਾਂ ਦੀ ਸੁਣਨਾ ਚਾਹੁੰਦਾ। ਜਾਂ ਤਾਂ ਮੈਂ ਇਹ ਗੱਲ ਕਹੀ ਹੈ, ਜਾਂ ਤਾਂ ਵਿੱਤ ਮੰਤਰੀ ਨੂੰ ਹਟਾ ਦਿਓ ਜਾਂ ਫਿਰ ਆਪ ਕੁਰਸੀ ਛੱਡ ਕੇ ਪਰੇ ਹੋ ਜਾਓ। ਜੇ ਉਹਨਾਂ ਤੋਂ ਨਹੀਂ ਸੰਭਲ ਰਿਹਾ, ਸਾਨੂੰ ਕਹੇ ਅਸੀਂ ਮੁਲਾਜ਼ਮ ਵਰਗ ਤੋਂ ਅਸੀਂ ਕਿਸੇ ਨੂੰ ਲਾ ਦਿੰਦੇ ਹਾਂ, ਨਹੀਂ ਤਾਂ ਫਿਰ ਇਹਨੂੰ ਛੱਡ ਕੁਛ ਨਾ ਕੁਛ ਤਾਂ ਹੱਲ ਕਰਨਾ ਪਏਗਾ। ਵਿੱਤ ਮੰਤਰੀ ਸਾਡੇ ਤੋਂ ਮੂੰਹ ਲੁਕੋ ਕੇ ਕਦੋਂ ਤੱਕ ਸਰੇਗਾ ਵਿੱਤ ਮੰਤਰੀ ਨੂੰ? ਅਸੀਂ ਵਿੱਤ ਮੰਤਰੀ ਨੂੰ ਸਾਡੇ ਕੋਲ ਆਉਣਾ ਪਏਗਾ, ਫਿਰ ਉਹ ਵੀ ਟਾਈਮ ਸਮਾਂ ਦੂਰ ਨਹੀਂ, ਕਦੇ ਨਾ ਕਦੇ ਤਾਂ ਸਾਡੇ ਕੋਲ ਹੀ ਆਏਗਾ ਜੀ। ਸੋ ਤੁਸੀਂ ਇਹ ਉਹ ਵਰਗ ਆ ਜਿਹੜੇ ਕਹਿੰਦੇ ਅਨਰਿਵਾਈਜ਼ਡ, ਸਾਡੇ ਸਕੇਲ ਜਿਹੜੇ ਆ ਸੋਧੇ ਨਹੀਂ ਗਏ, ਤੇ 2011 ਚ ਜਿਹੜੇ ਇਹਨਾਂ ਦੇ ਨਾਲ ਦੇ ਉਹਨਾਂ ਦੇ ਸੋਧ ਦਿੱਤੇ, ਵੱਡਾ ਖੱਪਾ ਪੈ ਗਿਆ। 10-10 15-15 ਹਜ਼ਾਰ ਤਨਖਾਹਾਂ ਰੁਕ ਗਈਆਂ ਨੇ। ਪਰ ਕੈਪਟਨ ਸਰਕਾਰ ਦੇ 4 ਸਾਲ ਤੇ 4 ਮਹੀਨੇ ਲੰਘ ਗਏ ਨੇ। 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਆ ਗਈ ਹੈ, ਅਧਿਕਾਰੀਆਂ ਦੀ ਕਮੇਟੀ, ਮੰਤਰੀਆਂ ਦੀ ਕਮੇਟੀ ਮੀਟਿੰਗਾਂ ਕਰ ਰਹੀ ਹੈ, ਪਰ 30% ਜਿਹੜੇ ਕੁੱਲ ਮੁਲਾਜ਼ਮਾਂ ਵਿੱਚੋਂ ਅਨਰਿਵਾਈਜ਼ ਸਕੇਲਾਂ ਵਾਲੇ ਮੁਲਾਜ਼ਮ ਨੇ, ਇਹ ਹਾਲੇ ਵਿਲਕਦੇ ਪਏ ਨੇ। ਔਰ ਇਹਨਾਂ ਦਾ ਕਹਿਣਾ ਵੀ ਮਨਪ੍ਰੀਤ ਬਾਦਲ ਨੂੰ ਮਿਲਣਾ ਤੇ ਐਵਰੈਸਟ ਤੇ ਚੜ੍ਹਨ ਦੇ ਬਰਾਬਰ ਹੈ। ਹੁਣ ਦੇਖਦੇ ਆ ਮਨਪ੍ਰੀਤ ਇਹਨਾਂ ਨੂੰ ਮਿਲਦਾ ਜਾਂ ਇਹ ਲੀਡਰ ਜਿਹੜੇ ਨੇ ਮਨਪ੍ਰੀਤ ਨੂੰ ਸੁਣਨ ਲਈ